ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਮਾਝ ਮਹੱਲਾ ਪੰਜਵਾਂ। ਚਰਨ ਠਾਕੁਰ ਕੇ ਹਿਰਦੇ ਸਮਾਣੇ, ਕਲ ਕਲੇਸ਼ ਸਭ ਦੂਰ ਭਿਆਣੇ। ਸਾਥ ਸੁਖ ਸਹਿਜ ਤਨ ਉਪਜੀ, ਸਾਧੂ ਸੰਗ ਨਿਵਾਸਾ ਜੀਓ। ਲਾਗੀ ਪ੍ਰੀਤ ਨ ਟੁੱਟੇ ਮੂਲੇ, ਹਰ ਅੰਤਰ ਬਾਹਰ ਰਿਹਾ ਭਰਪੂਰੇ। ਸਿਮਰ 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 ਗੁਣ ਗਾਵਾਂ, ਕਾਟੀ ਜਮ ਕੀ ਫਾਸਾ ਜੀਓ। ਅੰਮ੍ਰਿਤ ਵਰਖੇ ਅਨਹਦ ਬਾਣੀ, ਮਨ ਤਨ ਅੰਤਰ ਸਾਂਤ ਸਮਾਣੀ। ਤ੍ਰਿਪਤ ਅਗਾਏ ਰਹੇ ਜਨ ਤੇਰੇ, ਸਤਿਗੁਰ ਕੀਆ ਦਿਲਾਸਾ ਜੀਓ। ਜਿਸ ਕਾ ਸਾਥ ਤਿਸ ਤੇ ਫਲ ਪਾਇਆ, ਕਰ ਕਿਰਪਾ ਪ੍ਰਭ ਸੰਗ ਮਿਲਾਇਆ। ਆਵਣ ਜਾਣ ਰਹੇ ਵਡ ਭਾਗੀ, ਨਾਨਕ ਪੂਰਨ ਆਸਾ ਜੀਓ। ਜਿਸ ਕਾ ਸਾਥ ਤਿਸ ਤੇ ਫਲ ਪਾਇਆ, ਕਰ ਕਿਰਪਾ ਪ੍ਰਭ ਸੰਗ ਮਿਲਾਇਆ। ਆਵਣ ਜਾਣ ਰਹੇ ਵਡ ਭਾਗੀ, ਨਾਨਕ ਪੂਰਨ ਆਸਾ ਜੀਓ। ਗੁਰੂ ਜੀ ਕਹਿੰਦੇ ਹਨ ਕਿ ਜਿਸ ਦੇ ਹਿਰਦੇ ਵਿੱਚ ਪਾਲਣਹਾਰ ਪਰਮੇਸ਼ਰ ਦੇ ਚਰਨ ਸਦਾ ਟਿਕੇ ਰਹਿੰਦੇ ਹਨ, ਉਸ ਦੇ ਅੰਦਰੋਂ ਸਭ ਤਰ੍ਹਾਂ ਦੇ ਦੁੱਖ ਕਲੇਸ਼ ਕਲਯੁਗੀ ਦੁੱਖ ਦੂਰ ਹੋ ਜਾਂਦੇ ਹਨ। ਭਾਵ ਜਿਸ ਦੇ ਹਿਰਦੇ ਵਿੱਚ ਔਰ ਜ਼ਿੰਦਗੀ ਵਿੱਚ ਪਰਮਾਤਮਾ ਦੇ ਨਾਮ ਦੀ ਲਿਵ ਲੱਗ ਗਈ ਹੈ, ਉਸ ਦੇ ਸਾਰੇ ਵਿਕਾਰ ਖਤਮ ਹੋ ਜਾਂਦੇ ਹਨ ਜੀ। ਫਿਰ ਉਸ ਦੇ ਹਿਰਦੇ ਵਿੱਚ ਸ਼ਾਂਤ ਆਤਮਕ ਆਨੰਦ, ਆਤਮ ਅਡੋਲਤਾ ਦੀ ਧੁਨੀ ਪੈਦਾ ਹੋ ਜਾਂਦੀ ਹੈ। ਉਸ ਦਾ ਨਿਵਾਸ ਗੁਰੂ ਦੀ ਸੰਗਤ ਵਿੱਚ ਬਣਿਆ ਰਹਿੰਦਾ ਹੈ। ਭਾਵ ਉਸ ਦਾ ਸਾਧ ਸੰਗਤ ਵਿੱਚ, ਗੁਰੂ ਸ਼ਬਦ ਵਿੱਚ ਮਨ ਲੱਗਣ ਲੱਗ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਉਸ ਪਰਮੇਸ਼ਰ ਨਾਲ ਲੱਗੀ ਹੋਈ ਉਸ ਦੀ ਪ੍ਰੀਤ, ਸੱਚੀ ਪ੍ਰੀਤ ਬਿਲਕੁਲ ਕਦੀ ਨਹੀਂ ਟੁੱਟਦੀ ਜੀ। ਤੇ ਉਸ ਨੂੰ ਆਪਣੇ ਅੰਦਰ ਤੇ ਬਾਹਰ ਜਗਤ ਵਿੱਚ ਹਰ ਥਾਂ ਪਰਮਾਤਮਾ ਹੀ ਵਿਆਪਕ ਦਿਸਦਾ ਹੈ ਜੀ। ਭਾਵ ਉਸ ਨੂੰ ਹਰ ਥਾਂ ਪਰਮਾਤਮਾ ਦਾ ਅਨੁਭਵ ਹੁੰਦਾ ਹੈ ਜੀ। ਜਿਹੜਾ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਉਸਦੇ ਗੁਣ ਗਾਉਂਦਾ ਰਹਿੰਦਾ ਹੈ, ਉਸ ਦੀ ਜਮਾਂ ਦੀ ਫਾਂਸੀ ਕੱਟੀ ਜਾਂਦੀ ਹੈ। ਭਾਵ ਉਸ ਦਾ ਜਨਮ ਮਰਨ ਦਾ ਡਰ ਖਤਮ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਉਹਨਾਂ ਦੇ ਅੰਦਰ ਸਿਫਤ ਸਲਾਹ ਦੀ ਬਾਣੀ ਦੇ ਰੂਪ ਵਿੱਚ ਨਾਮ ਰਸ ਅੰਮ੍ਰਿਤ ਦੀ ਵਰਖਾ ਹੁੰਦੀ ਰਹਿੰਦੀ ਹੈ ਜੀ। ਅਤੇ ਉਹਨਾਂ ਦੇ ਮਨ ਵਿੱਚ, ਉਹਨਾਂ ਦੇ ਸਰੀਰ ਵਿੱਚ, ਗਿਆਨ ਇੰਦਰੀਆਂ ਵਿੱਚ ਸ਼ਾਂਤੀ ਸਮਾ ਜਾਂਦੀ ਹੈ ਜੀ। ਹੇ ਪਰਮੇਸ਼ਰ, ਜਿਨ੍ਹਾਂ ਵਡਭਾਗੀਆਂ ਨੂੰ ਵਿਕਾਰਾਂ ਨਾਲ ਲੜਨ ਲਈ ਗੁਰੂ ਨੇ ਹੌਸਲਾ ਦਿੱਤਾ, ਉਹ ਤੇਰੇ ਸੇਵਕ ਮਾਇਆ ਦੀ ਤ੍ਰਿਸ਼ਨਾ ਵੱਲੋਂ ਪੂਰਨ ਤੌਰ ਤੇ ਤ੍ਰਿਪਤ ਹੋ ਕੇ ਰੱਜ ਜਾਂਦੇ ਹਨ ਜੀ। ਅਤੇ ਉਹਨਾਂ ਨੂੰ ਅਜਿਹਾ ਹੌਸਲਾ ਗੁਰੂ ਨੇ ਪ੍ਰਦਾਨ ਕੀਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਉਸ ਪਰਮੇਸ਼ਰ ਤੋਂ ਜੀਵਨ ਮਨੋਰਥ ਪ੍ਰਾਪਤ ਕਰ ਲਿਆ ਹੈ, ਜਿਸ ਦਾ ਉਹ ਭੇਜਿਆ ਹੋਇਆ ਹੈ ਜੀ।
ਫਿਰ ਗੁਰੂ ਜੀ ਨੇ ਆਪਣੀ ਕਿਰਪਾ ਮਿਹਰ ਕਰਕੇ ਉਸ ਮਨੁੱਖ ਨੂੰ ਆਪਣੇ ਨਾਲ ਮਿਲਾ ਲਿਆ ਹੈ ਜੀ, ਭਾਵ ਇੱਕਮਿਕ ਕਰ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਉਸ ਵਡਭਾਗੀ ਮਨੁੱਖ ਦੇ ਜਨਮ ਮਰਨ ਦੇ ਗੇੜ ਖਤਮ ਹੋ ਜਾਂਦੇ ਹਨ ਜੀ, ਅਤੇ ਉਸ ਦੀਆਂ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ। ਤ੍ਰਿਸ਼ਨਾ ਆਦਿਕ ਵਿਕਾਰ ਉਸ ਨੂੰ ਤੰਗ ਨਹੀਂ ਕਰ ਸਕਦੇ। ਉਹਨਾਂ ਵੱਡੇ ਭਾਗਾਂ ਵਾਲੇ ਮਨੁੱਖਾਂ ਦੇ ਜਨਮ ਮਰਨ ਮੁੱਕ ਜਾਂਦੇ ਹਨ। ਉਹਨਾਂ ਦਾ ਆਵਾਗਮਨ ਦਾ ਚੱਕਰ ਸਮਾਪਤ ਹੋ ਜਾਂਦਾ ਹੈ ਜੀ, ਅਤੇ ਉਹਨਾਂ ਦੀਆਂ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਸਮਝਾ ਰਹੇ ਹਨ ਕਿ ਜੇ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਗੁਰੂ ਸ਼ਬਦ ਦੀ ਸਿੱਖ ਲੈ ਕੇ ਚੱਲੀਏ ਅਤੇ ਇਸ ਸ਼ਬਦ ਵਿੱਚੋਂ ਸਿਮਰ 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 ਗੁਣ ਗਾਵਾਂ ਵਾਲੀ ਪੰਕਤੀ ਤੋਂ ਸਪਸ਼ਟ ਤੌਰ 'ਤੇ ਉੱਤਮ ਪੁਰਖ ਦੀ ਝਲਕ ਦਿਖਾਈ ਦਿੰਦੀ ਹੈ, ਅਤੇ ਅੱਗੇ ਪਿੱਛੇ ਵੀ ਉੱਤਮ ਪੁਰਖ ਦੀ ਕਿਰਿਆ ਹੀ ਪ੍ਰਧਾਨ ਹੈ। ਤ੍ਰਿਪਤ ਅਗਾਈ ਰਹੇ ਜਨ ਤੇਰੇ ਵਾਲੀ ਪੰਕਤੀ ਜੋ ਅਨਪੁਰਖ ਰੂਪ ਦੇ ਭੁਲੇਖੇ ਦਾ ਕਾਰਨ ਬਣਦੀ ਹੈ, ਵਿੱਚ ਤੇਰੇ ਸ਼ਬਦ ਨੂੰ ਜੇ ਆਦਰਮਈ ਰੂਪ ਵਿੱਚ ਲਿਆ ਜਾਵੇ ਤਾਂ ਇਹ ਸ਼ੰਕਾ ਵੀ ਸੁਤੇ ਹੀ ਦੂਰ ਹੋ ਜਾਂਦੀ ਹੈ। ਇੱਕ ਪਰਮੇਸ਼ਰ ਪਿਆਰੇ ਦੇ ਚਰਨਾਂ ਦਾ ਧਿਆਨ ਹੋਣਾ, ਉਸ ਦੀ ਜੋਤ ਨੂੰ ਹੀ ਹਰ ਥਾਂ ਵਿਆਪਕ ਜਾਣਨਾ, ਸਾਧੂ ਪੁਰਸ਼ ਦੀ ਸੰਗਤ ਵਿੱਚ ਵਸਣਾ, ਗੁਰ ਸ਼ਬਦ ਦੀ ਸਿੱਖ 'ਤੇ ਚੱਲਣਾ ਇੱਕ ਅਜਿਹੀ ਆਤਮਿਕ ਕਿਰਿਆ ਹੈ ਜੋ ਅੰਤਰਾਤਮੇ ਆਨੰਦ ਅਤੇ ਖੇੜੇ ਦੇ ਨਿਵਾਸ ਦੀ ਪ੍ਰਤੀਕ ਹੈ। ਇਸ ਦਾ ਸਦਕਾ ਹੀ ਆਵਾਗਮਨ ਦੇ ਚੱਕਰ ਤੋਂ ਰਹਿਤ ਹੋ ਸਕੀਦਾ ਹੈ। ਇਸ ਟਿਕਾਓ ਵਾਲੀ ਅਵਸਥਾ ਵਿੱਚ ਅਨਹਦ ਬਾਣੀ ਦਾ ਅੰਮ੍ਰਿਤਮਈ ਮੀਂਹ ਵਸਦਾ ਹੈ, ਜਿਸ ਦੇ ਫਲਸਰੂਪ ਆਤਮਕ ਤ੍ਰਿਪਤੀ ਪ੍ਰਾਪਤ ਹੋ ਜਾਂਦੀ ਹੈ ਜੀ। ਸਿਧਾਂਤ ਇਹ ਹੈ ਕਿ ਪਰਮੇਸ਼ਰ ਨਾਲ ਲੱਗੀ ਹੋਈ ਪ੍ਰੀਤ ਵਿੱਚ ਜੀਵਨ ਭਰ ਨਾ ਕਦੇ ਤਰੇੜ ਆਵੇ ਅਤੇ ਨਾ ਕਦੀ ਟੁੱਟੇ। ਫਿਰ ਪੂਰਨ ਸ਼ਾਂਤੀ ਤ੍ਰਿਪਤੀ ਵਿੱਚ ਜੀਵਨ ਵਿਗਾਸ ਬਣਿਆ ਰਹਿੰਦਾ ਹੈ ਜੀ। ਸਾਡੇ ਕੋਲ ਗੁਰੂਆਂ ਦਾ ਬਖਸ਼ਿਆ ਹੋਇਆ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਹੈ ਜੀ, ਅਤੇ ਗੁਰਬਾਣੀ ਅਤੇ ਗੁਰਸ਼ਬਦ ਦੀ ਸਿੱਖ ਲੈ ਕੇ ਜੇ ਅਸੀਂ ਸੱਚੇ ਮਨ ਤਨ ਨਾਲ ਇਸ ਨਾਲ ਜੁੜੀਏ, ਫਿਰ ਸਾਡੇ ਸਾਰੇ ਵਿਕਾਰ ਤ੍ਰਿਸ਼ਨਾਵਾਂ ਖਤਮ ਹੋ ਜਾਂਦੇ ਹਨ ਜੀ, ਅਤੇ ਵਾਹਿਗੁਰੂ ਦੀ ਕਿਰਪਾ ਮਿਹਰ ਨਾਲ ਵਾਹਿਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਟਿਕਾਉਣ ਅਤੇ ਸਾਧ ਸੰਗਤ ਵਿੱਚ ਮਿਲ ਬੈਠਣ ਨਾਲ ਸੁਖ ਸ਼ਾਂਤੀ ਦੀ ਸਥਿਤੀ ਬਣ ਜਾਂਦੀ ਹੈ, ਅਤੇ ਆਤਮ ਮੰਗਲ ਦਾ ਸੰਗੀਤ ਸੁਣਾਈ ਦੇਣ ਲੱਗ ਜਾਂਦਾ ਹੈ ਜੀ। ਪਰਮਾਤਮਾ ਨਾਲ ਪਾਇਆ ਪ੍ਰੇਮ ਸਥਾਈ ਹੁੰਦਾ ਹੈ। ਨਾਮ ਸਿਮਰਨ ਨਾਲ ਸੰਸਾਰਿਕ ਬੰਧਨ ਖਤਮ ਹੋ ਜਾਂਦੇ ਹਨ, ਤਨ ਮਨ ਸ਼ਾਂਤ ਹੋ ਜਾਂਦੇ ਹਨ, ਗੁਰੂ ਦੁਆਰਾ ਦਿੱਤੇ ਹੌਸਲੇ ਨਾਲ ਤ੍ਰਿਪਤੀ ਹੋ ਜਾਂਦੀ ਹੈ, ਅਤੇ ਆਵਾਗਮਨ ਦਾ ਚੱਕਰ ਖਤਮ ਹੋ ਜਾਂਦਾ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।